नाजरीन, इस वक्त हम उस जाए वकूआ पर मौजूद हैं जहां पर इंस्पेक्टर सैफुल्लाह नियाजी को कत्ल कर दिया गया। लेकिन अफसोसनाक सूरत हाल ये है कि मकतूल के साथ जहां पर हमदर्दियां होनी चाहिए, वहां पर एक मुलजिम और कातिल के साथ लोगों की एक बड़ी हमदर्दियां है। हमारी पहले गुफ्तगू हुई, अब हम उन लोगों की गुफ्तगू आपको सुनवाते हैं। वो जो लोग अदील को जानते थे, इंस्पेक्टर सैफुल्लाह नियाजी को जानते थे। पहले ये जगह बता दें कि ये बिल्कुल वो जगह है जो दरवाजा खोला जाए तो साथ ही वो मुकाम था जहां पर फायरिंग करके अदील की जानिब से इंस्पेक्टर सैफुल्लाह नियाजी को कत्ल किया गया। लाश को भी सुपुर्द खाक कर दिया गया है। इस वक्त हम उसी जगह पर मौजूद हैं और ये पीछे आप देख सकते हैं हमारे वो वर्कशॉप जहां पर अदील मुलाजमत करता था अपने चचा के पास। कुछ लोग हमारे साथ जो अदील को जानते थे उन्हीं से जानते हैं। भाई सैफुल्लाह नियाजी साहब ने भी जानते जानते ਤੇ ਅਦੀਲ ਕੀ ਮਾਮਲਾ ਸੀ, ਇਹਨਾਂ ਦਾ ਕੀ ਤਾਲੁਕ ਸੀ ਆਪਸ ਦੇ ਵਿੱਚ? ਸਰ ਇਹਨਾਂ ਬਹੁਤ 5-7 ਸਾਲ ਤੋਂ ਕਰਨ ਇੱਕ ਦੂਸਰੇ ਦੇ ਕਰਨਾ ਕਰੀਬੀ ਨੇ। 5-7 ਸਾਲ ਤੋਂ ਇੱਕ ਦੂਸਰੇ ਦੇ ਕਰੀਬੀ ਹੈਗੇ ਨੇ। ਦੀਲ ਜਿਹੜਾ ਲੜਕਾ ਹੈਗਾ ਨਾ, ਦੀਲ ਇਹਨਾਂ ਦਾ ਕੰਮ ਵਗੈਰਾ ਕਰਦਾ ਹੈ। ਅੱਛਾ, ਕੰਮ ਇਹਦਾ ਮਕੈਨਿਕ, ਟਰੈਕਟਰ ਮਕੈਨਿਕ ਦੀਲ ਦਾ। ਤੇ ਲੇਕਿਨ ਇਹ ਜਦੋਂ ਆਂਦਾ ਸੀ ਇਹਨਾਂ ਦੀ ਉੱਪਰ ਐਸ਼ ਥੱਲੇ ਦੀਲ ਦੀ ਵਰਕਸ਼ਾਪ ਆਪਣੇ ਚਾਚਾ ਕੋਲ ਕੰਮ ਕਰਦਾ ਸੀ। ਗਾਰੇ ਖਾਸ ਟਾਈਪ ਸੀ ਉਹਨਾਂ ਆਂਦਾ ਕਰ ਕੋਈ ਵੀ ਕੰਮ ਕਰਨ ਐਸਐਚਓ ਸਾਹਿਬ ਨੇ ਕੋਈ ਵੀ ਕੰਮ ਦੀਲ ਕਰਾ ਦੀ, ਬੇਟਾ ਕਰਾ ਦੀ, ਚਾਹੇ ਲੈ ਗਿਆ ਗੱਡੀ ਛੱਡ ਕੇ ਆਇਆ, ਮੇਰਾ ਪਿਸਟਲ ਉੱਪਰ ਰੱਖ ਅੱਥੋਂ ਦੀ ਕਰ ਇਹਨਾਂ ਕੋਲ ਇੱਕ ਗਨ ਹੈਗੀ ਸੀ, ਇੱਕ ਪਿਸਟਲ ਹੈਗਾ ਸੀ ਐਸਐਚਓ ਕੋਲ, ਗੋਲੀਆਂ ਕਢਵਾਉਂਦਾ ਸੀ ਉਹਦੇ ਕੋਲੋਂ। ਅੱਛਾ, ਉਹ ਮੈਂ ਕੁਝ ਤਸਵੀਰਾਂ ਵੀ ਵੇਖੀਆਂ ਅੱਜ ਤੋਂ ਅਦੀਲ ਨੇ ਪਿਸਤੌਲ ਫੜਿਆ ਹੈ, ਆਪਣੇ ਹਥਿਆਰਾਂ ਦੀਆਂ ਉਹਦੇ ਕੋਲ ਗੋਲੀਆਂ ਵੀ ਕਢਵਾਉਂਦਾ ਹੁੰਦਾ। ਠੀਕ ਹੈ, ਤੇ ਲੇਕਿਨ ਇਹ ਹੈਗਾ ਸੀ ਸਾਰੀ ਮਾਰਕੀਟ ਦੇ ਵਿੱਚ ਨਾ ਐਸਐਚਓ ਕੋਲ ਤੰਗ ਆਈ, ਜਿਹੜਾ ਜ਼ਿਆਦਾ ਬੰਦਾ ਬਹੁਤਾ ਤੰਗ ਕਰਦਾ ਸੀ ਨਾ ਉਹ ਫਿਰ ਦਿਲ ਸਿਫਾਰਿਸ਼ ਕਰਦਾ ਸੀ, ਚਾਚਾ ਜੀ ਇਹਨੂੰ ਨਾ ਤੰਗ ਕਰਿਆ ਕਰੋ, ਚਾਚਾ ਜੀ ਇਹਨੂੰ ਨਾ ਤੰਗ ਕਰਿਆ ਕਰੋ। ਲੇਕਿਨ ਗਾਲ ਬਹੁਤ ਗੰਦੀ ਕੱਢਦਾ ਸੀ। ਅੱਛਾ, ਗਾਲ ਤੋਂ ਬਗੈਰ ਨਹੀਂ ਸੀ ਬੋਲਦਾ। ਕੀ ਲੋਕਾਂ ਨਾਲ ਕੀ ਰਵੱਈਆ ਸੀ? ਲੋਕਾਂ ਨਾਲ ਰਵੱਈਆ ਜਿਹੜਾ ਉਹਦੇ ਸਾਹਮਣੇ ਆ ਗਿਆ ਨਾ ਤਾਂ ਸਮਝੋ ਤੁਸੀਂ ਫਰੋਂ ਦੇ ਸਾਹਮਣੇ ਆ ਗਏ। ਗਾਲ ਤੋਂ ਬਗੈਰ ਇਹਨੇ ਚਪੇੜ ਮਾਰ ਕੇ ਉਹਨੂੰ ਪਰੇ ਕਰਨਾ। ਕੋਈ ਬਾਈਕ ਆ ਗਈ, ਬਾਈਕ ਨੂੰ ਲੱਤ ਮਾਰ ਦੇਣਾ। ਇਸ ਜਿਹੜੀ ਜਗ੍ਹਾ ਤੁਸੀਂ ਖਲੋਤੇ ਹੋ ਨਾ, ਤੁਸੀਂ ਸਰ ਭਾਵੇਂ ਜਿੰਨੇ ਮਰਜ਼ੀ ਪੜ੍ਹੇ ਲਿਖੇ, ਤੁਹਾਡੀ ਜ਼ਰੂਰਤ ਨਹੀਂ ਪੈਣੀ ਉਹਦੇ ਸਾਹਮਣੇ ਖਲੋਤੇ। ਉਹਨੇ ਬਦਤਮੀਜ਼ੀ ਨਹੀਂ ਤੁਹਾਡੇ ਨਾਲ ਕੀਤੀ ਜਾਣੀ। ਤੁਸੀਂ ਕਹਿੰਦੇ ਹੋਇਆ ਕੀ ਹੈ? ਉਹਨੇ ਪਿਸਤਲ ਹੱਥ 'ਚ ਫੜਿਆ ਹੋਣਾ ਹੈ, ਡੇਲੇ ਉਹਨੇ ਪੁੱਠੇ ਕਰਕੇ ਤੇ ਬੜੀਆਂ ਚਾਂਗੜਾਂ ਦੇ ਨਾਲ ਗਾਲਾਂ ਉੱਚੀ ਉੱਚੀ ਕੱਢੇਗਾ, ਬਾਹਰ ਨੂੰ ਕੱਢੇਗਾ। ਲੇਕਿਨ ਹੱਦ ਤੋਂ ਜ਼ਿਆਦਾ ਇਹਨੇ ਦੀਲ ਨੇ ਪਾਕਿਸਤਾਨ ਨੂੰ ਗਾਲਾਂ ਕੱਢੀਆਂ ਨੇ, ਦੀਲ ਦੇ ਅੱਬੂ ਨੂੰ ਗਾਲਾਂ ਕੱਢੀਆਂ ਨੇ। ਤੇ ਲੇਕਿਨ ਇਸ ਕੋਲੋਂ ਜਿਹੜਾ ਦੀਲ ਦਹਿਸ਼ ਚ ਆ ਕੇ ਉਹਦੇ ਪਿਸਤਲ ਦੇ ਨਾਲ ਕਤਲ ਕਰ ਦਿੱਤਾ। ਅੱਛਾ, ਵਾਲਦ ਨੂੰ ਵੀ ਉਹਦੇ ਗਾਲਾਂ ਕੱਢੀਆਂ, ਉਹ ਕੀ ਵਜ੍ਹਾ ਬਣੀ? ਕਤਲ ਹੋਣ ਤੋਂ ਇੱਕ ਦਿਨ ਪਹਿਲੇ ਉਹਦੇ ਸਾਥ ਨੂੰ ਗਾਲਾਂ ਕੱਢੀਆਂ ਸੂ, ਉਹਨੂੰ ਦੀਲ ਨੂੰ ਗਾਲਾਂ ਕੱਢੀਆਂ ਸੂ। ਐਵੇਂ ਨਹੀਂ ਚਾਹਿਆ ਸੀ ਗਾਲਾਂ ਕੱਢਣ ਦੇ ਨਾਲ। ਇੱਕ ਡੈਲਕ ਹੈਗਾ ਨਿਆਜੀ ਸਾਹਿਬ ਦਾ, ਬਹੁਤ ਡੈਲਕ ਜ਼ਿਆਦਾ ਮਾਰਦੇ ਵੀ ਉਹ ਲੋਰੀ ਨੇ, ਮੈਨੂੰ ਪਤਾ ਹੈ ਇਹ ਲੋਰੀ ਮੇਰੀ ਮੈਂ ਕਿਸੇ ਨੂੰ ਛੋੜਾ ਚੱਲ ਨਿਕਲ। ਇੰਜ ਦੀਆਂ ਦੁਕਾਨਾਂ ਜਿਹੜਾ ਕੋਈ ਦੁਕਾਨਦਾਰ ਦੀ ਜ਼ਰੂਰਤ ਨਹੀਂ ਸੀ ਪੈਂਦੀ ਉਹਨਾਂ ਅੱਗੇ ਬੋਲਣ ਦੀ। ਪਿਆਰ ਮੁਹੱਬਤ ਕਿਸੇ ਨਾਲ ਨਹੀਂ ਕਰਦੇ, ਕਿਸੇ ਨਾਲ ਅਦੀਲ ਨਾਲ ਹੁੰਦਾ ਸੀ। ਕਿਸੇ ਟਾਈਮ ਕਰਨਾ, ਕਿਸੇ ਟਾਈਮ ਮੂਡ ਦੇ ਵਿੱਚ ਹੋਣਾ, ਦੀਲ ਬੇਟਾ ਇਧਰ ਦੀਲ ਹੱਸਦਾ ਖੇਡਦਾ ਦੀ ਗੱਡੀ ਦਾ ਝੂਟਾ ਲੈ ਲਿਆ, ਸਾਫ਼ ਕਰਕੇ ਇੱਥੇ ਲੈਣ ਦੀ, ਇਸ ਤਰ੍ਹਾਂ ਦਾ ਕੰਮ ਕੋਈ ਹੋ ਗਿਆ। ਉਸੇ ਦਿਨ ਦੀਲ ਨੂੰ ਗਾਲਾਂ ਕੱਢੀਆਂ, ਦੀਲ ਦੇ ਸਾਹ ਨੂੰ ਗਾਲਾਂ ਕੱਢੀਆਂ। ਦੀਲ ਦਾ ਸਾਹ ਜਿਹੜਾ ਸੀ ਦੀਲ ਦਾ ਚਾਚਾ ਸੀ। ਦੀਲ ਚਲਾ ਗਿਆ ਰਾਤ ਨੂੰ 10 ਵਜੇ ਘਰ। ਇਹਨੇ ਪਿੱਛੋਂ ਦੀਲ ਨੂੰ ਫੋਨ ਕਰਕੇ ਨਾ ਬੁਲਾਉਣ ਦੀ ਕੋਸ਼ਿਸ਼ ਕੀਤੀ ਵੀ ਮਹਿਮਾਨ ਆਏ ਸੀ, ਕੋਈ ਲੈਣਾ ਦੇਣਾ ਕੋਈ ਇਸ ਤਰ੍ਹਾਂ ਦੇ ਚੱਕਰਾਂ 'ਚ। ਦੀਲ ਦਾ ਮੋਬਾਈਲ ਘਰ ਚਾਰਜਰ ਲੱਗਾ ਸੀ। ਦੀਲ ਨੂੰ ਫੋਨ ਕਰਦਾ ਰਿਹਾ, ਕੋਈ 8-10 ਵਾਰੀ ਕੀਤਾ। ਦੀਲ ਨੇ ਮੋਬਾਈਲ ਚਾਰਜਰ ਤੇ ਲੱਗਾ ਸੀ। ਦੀਲ ਦੇ ਅੱਬੂ ਨੇ ਮੋਬਾਈਲ ਜੈਸ ਕਰ ਲਿੱਤਾ, ਉਹਨੂੰ ਗਾਲਾਂ ਕੱਢਣ ਲੱਗ ਪਿਆ। ਕਿੰਨੀ ਦੇਰ ਹੋ ਗਿਆ ਤੈਨੂੰ ਫੋਨ ਕਰ ਰਿਹਾ, ਤੂੰ ਫੋਨ ਨਹੀਂ ਚੱਕ ਰਿਹਾ। ਉਹਨੇ ਕਿਹਾ ਮੈਂ ਦੀਲ ਦਾ ਅੱਬੂ ਬੋਲਣਾ ਪਿਆ। ਤੁਸੀਂ ਕੌਣ ਬੋਲਦੇ ਹੋ ਦੱਸੋ ਮੈਨੂੰ। ਉਹਨੇ ਕਿਹਾ ਦੀਲ ਦਾ ਮੈਂ ਪਿਓ ਬੋਲਣਾ ਪਿਆ। ਕੱਲ ਤੇ ਉਹਨਾਂ ਤੇਰਾ ਪਿਓ ਨਹੀਂ ਸੀ ਬੁਲਾ ਰਹੇ। ਦੀਲ ਉਹਨੇ ਫੋਨ ਕੱਟ ਦਿੱਤਾ ਦੀਲ ਦੇ ਅੱਬੂ ਨੇ। ਜਿਸ ਟਾਈਮ ਬਾਅਦ ਜੋ ਦੀਲ ਘਰ ਆਇਆ ਉਹਨੇ ਦੱਸਿਆ, ਉਹਨੇ ਕਿਹਾ ਬਗੈਰ ਤਾਂ ਮੈਨੂੰ ਵੀ ਗਾਲਾਂ ਪਈ ਆ ਗਿਆ। ਕੌਣ ਹੈ? ਉਹਨੇ ਨੰਬਰ ਦੇਖਿਆ ਤੇ ਐਸਐਚਓ ਦਾ ਨੰਬਰ। ਉੱਥੋਂ ਕਰੇ ਨਾ ਸੁਬਾਹ ਨੂੰ ਉਹਦੇ ਸਾਧ ਨੂੰ ਗਾਲਾਂ ਪਈਆਂ, ਚਾਚੇ ਨੂੰ, ਸਾਧ ਵੀ ਉਹਦਾ ਚਾਚਾ। ਰਾਤ ਨੂੰ ਉਹਦੇ ਪਿਓ ਨੂੰ ਗਾਲਾਂ ਪਈਆਂ, ਧੀਆਂ ਭੈਣਾਂ ਦੀਆਂ। ਉਹ ਉੱਥੋਂ ਕਰੇ ਨਾ ਟੈਨਸ਼ਨ ਲੈ ਗਿਆ। ਹੋਰ ਮਾਰਕੀਟ ਦੇ ਬੰਦਿਆਂ ਨੂੰ ਗਾਲਾਂ ਕੱਢਦੇ, ਦੀਲ ਐਡੀ ਟੈਨਸ਼ਨ ਨਹੀਂ ਸੀ ਲੈਂਦਾ। ਉਹਦੇ ਅੱਬੂ ਨੂੰ ਗਾਲਾਂ ਪਈਆਂ, ਦੀਲ ਨੂੰ ਗਾਲਾਂ ਪਈਆਂ, ਦੀਲ ਦੇ ਚਾਚੇ ਨੂੰ ਗਾਲਾਂ ਪਈਆਂ। ਉਹ ਅਗਲੇ ਦਿਨ ਆ ਕੇ ਉਹਨੇ ਕਿਹਾ ਚਾਚਾ ਜੀ ਤੁਸੀਂ ਮੇਰੇ ਅੱਬੂ ਨੂੰ ਗਾਲਾਂ ਕੱਢੀਆਂ, ਰਾਤੀ ਫੋਨ ਕਰਕੇ ਦੇਖ ਤੋਂ ਲਵੋ ਕੌਣ ਹੈਗਾ। ਉਹਨੂੰ ਫਿਰ ਗਾਲਾਂ ਕੱਢਦਾ ਰਿਹਾ। ਫਿਰ ਉਹਨੂੰ ਗਾਲਾਂ ਉੱਥੋਂ ਫਿਰ ਦੀਲ ਨੇ ਉਹਦੇ ਕਮਰੇ ਚੋਂ ਪਿਸਤਲ ਫੜਿਆ, ਉਹਦੀ ਗੱਡੀ ਚੋਂ ਪਿਸਤਲ ਫੜਿਆ। ਅੱਲਾ ਬੇਕਰ ਜਾਣਦਾ। ਫਿਰ ਉਹ ਇੰਜ ਕਤਲ ਹੋ ਗਿਆ। ਫਿਰ ਉਹਨੇ ਕਤਲ ਹੋਇਆ ਤੇ ਕਤਲ ਕਰਕੇ ਸਰ ਨਸਿਆ ਨੇ। ਅੱਛਾ, ਇਸ ਜਗ੍ਹਾ ਜਿਹੜੀ ਜਗ੍ਹਾ ਤੁਸੀਂ ਮੌਜੂਦ ਇੱਥੇ ਹੀ ਖਲੋਤਾ ਰਿਹਾ। ਇਸ ਜਗ੍ਹਾ ਦੇ ਉੱਤੇ ਕਤਲ ਕਰਕੇ ਆ ਕੇ ਪਿਸਤਲ ਨੇ ਹੱਥੇ ਫੜ ਕੇ ਕੋਈ 3-4 ਮਿੰਟ ਖਲੋਤਾ ਰਿਹਾ। ਇੱਥੇ ਹੀ ਖਲੋਤਾ ਰਿਹਾ। 3-4 ਮਿੰਟ ਬਾਅਦ ਡੋਨਪੋਲ ਵਾਲੇ ਰੌਂਡ ਦੇ ਕਿਤੇ ਲੰਘਦੇ ਪਿਆ ਸੀ। ਉਹਨਾਂ ਦੇਖਿਆ ਵੀ ਇੱਥੇ ਰਸ਼ ਲੱਗਾ ਹੋਇਆ ਹੈ। ਉਹ ਖਲੋਤੇ ਨੇ ਵੇਖਿਆ ਪਿਸਤਲ ਹੱਥ 'ਚ। ਉਹ ਬਾਜ਼ੂ ਫੜਿਆ, ਉਹਨੇ ਕਿਹਾ ਬਾਜ਼ੂ ਮੇਰਾ ਨਾ ਫੜੋ, ਮੈਂ ਨਸਣਾ ਹੁੰਦਾ ਕਦੇ ਨਾ ਜਾਣਾ ਸੀ, ਤੁਹਾਡਾ ਇੰਤਜ਼ਾਰ ਨਹੀਂ ਸੀ ਕਰਨਾ। ਆ ਫੜ ਪਿਸਤਲ, ਇਹ ਪਿਸਤਲ ਨੂੰ ਮਾਰ ਰਿਹਾ। ਉਹਨੇ ਆ ਗੱਲ ਕੀਤੀ, ਉਹਨਾਂ ਗ੍ਰਿਫਤਾਰ ਕਰ ਦਿੱਤਾ।
ਤੇ ਤੁਸੀਂ ਕਿੰਨੇ ਅਰਸੇ ਤੋਂ ਇੱਧਰ ਹੀ ਕੰਮ ਕਰਦੇ ਹੋ ਇੱਥੇ ਹੀ? ਮੈਂ ਸਰ ਟਰਾਲੀ ਟਰੈਕਟਰ ਦਾ ਡਰਾਈਵਰ ਹੈਗਾ ਵਾ, ਮੈਨੂੰ ਤਕਰੀਬਨ ਕੋਈ 20 ਸਾਲ ਹੋ ਗਏ ਨੇ ਸਾਡੇ ਦੇ ਵਿੱਚ। ਅੱਛਾ, ਉਹ ਮਕੈਨਿਕ ਵੀ ਟਰੈਕਟਰ ਟਰਾਲੀ ਦਾ ਹੀ ਸੀ, ਟਰੈਕਟਰਾਂ ਦਾ? ਹਾਂਜੀ, ਟਰੈਕਟਰਾਂ ਦਾ ਮਕੈਨਿਕ। ਅਦੀਲ ਮਕੈਨਿਕ ਬਣ ਗਿਆ ਹੋਇਆ ਸੀ ਕਿ ਬਣ ਰਿਹਾ ਸੀ? ਤਕਰੀਬਨ ਇਹਨੂੰ ਕੋਈ 7 ਸਾਲ ਹੋ ਗਏ ਨੇ, ਕੰਮ ਤਕਰੀਬਨ 80% ਟਰੈਕਟਰ ਟਰਾਲੀ ਦਾ ਕੰਮ ਕਰ ਲੈਂਦਾ ਸੀ। ਠੀਕ ਹੈ। ਤੇ ਤਕਰੀਬਨ 7 ਸਾਲ ਹੋ ਗਏ। ਨਿਆਜ਼ੀ ਸਾਹਿਬ ਨੂੰ ਉੱਥੇ ਐਸਐਚਓ ਨੂੰ ਕਰੇ, ਉੱਥੇ ਰੈਸ਼ ਕਰਦਿਆਂ ਨੂੰ ਉਹਨਾਂ 10-11 ਸਾਲ ਹੋ ਗਏ। 10-11 ਸਾਲ 10-11 ਸਾਲ। ਸਜਾਦ ਨਾਮ ਦੇ ਵਾਰਡਨ ਵੀ ਉਹਨਾਂ ਦੇ ਨਾਲ ਹੀ ਉਹ ਵੀ ਉਹਨਾਂ ਦੇ ਨਾਲ ਹੀ ਨੇ। ਉਹ ਕਿਹੋ ਜਿਹੇ ਬੰਦੇ ਨੇ? ਉਹ ਬਹੁਤ ਅੱਛੇ। ਅੱਛਾ ਉਹ ਬਹੁਤ ਅੱਛੇ। ਉਹ ਲੰਘਦੇ ਟੱਪਦੇ ਕਿਉਂਕਿ ਕਿਸੇ ਨੂੰ ਬੁਲਾਉਂਦੇ ਹੀ ਨਹੀਂ, ਤੇ ਬੁਲਾਉਂਦੇ ਵੀ ਤੇ ਕੀ ਹਾਲ ਚਾਲ ਹੈ, ਬਸ ਅੰਨੀ ਗੱਲ ਕਰਕੇ ਉਹ ਲੰਘ ਟੱਪ ਜਾਂਦੇ ਨੇ। ਔਰ ਮਾਰਕੀਟ ਦੇ ਜਿਹੜੇ ਨਿਆਜ਼ੀ ਸਾਹਿਬ ਨੇ, ਬਜਾਜ, ਉਹ ਵੀ ਬਹੁਤ ਅੱਛੇ ਨੇ। ਤੁਸੀਂ ਸ਼ਾਇਦ ਇੱਥੇ ਵੇਖਿਆ ਇੱਕ ਤੇ ਛੋਟਾ ਜਿਹਾ ਹੋਟਲ ਹੈਗਾ ਢਾਬਾ, ਨਿਆਜ਼ੀ ਸਾਹਿਬ ਕਿਸੇ ਟਾਈਮ ਆਉਂਦੇ ਨੇ, ਬੜੇ ਸ਼ੌਕ ਨਾਲ ਉਹਨਾਂ ਕੋਲ ਚਾਹ ਪੀਂਦੇ। ਇਹ ਜਿਹੜਾ ਨਿਆਜ਼ੀ ਮਾਰਕੀਟ ਅੱਡੇ ਨਿਆਜ਼ੀ ਮਾਰਕੀਟ ਦੇ ਮਾਲਕ ਜਿਹੜੇ, ਹਾਂਜੀ, ਉਹ ਆਉਂਦੇ ਨੇ, ਉਹ ਨਿੱਕੇ ਜਿਹੇ ਢਾਬੇ ਕੋਲ ਬੜੇ ਸ਼ੌਕ ਦੇ ਨਾਲ ਤੇ ਕੁਰਸੀ ਢਾ ਕੇ ਸਾਡੇ ਵਰਗੇ ਮਜ਼ਦੂਰਾਂ ਨੂੰ ਆਸ-ਪਾਸ ਕੋਲ ਬਿਠਾ ਕੇ ਚਾਹ ਬੜੇ ਸ਼ੌਕ ਨਾਲ ਪੀਂਦੇ ਨੇ। ਤੇ ਇਹ ਜਿਹੜਾ ਐਸਐਚਓ ਨਿਆਜ਼ੀ ਸੀ, ਇਹਨੂੰ ਅੱਡਾ ਨਹੀਂ ਸੀ ਲਾਉਣ ਦਿੰਦਾ, ਇਹਦੇ ਨਾਲ ਬੜੀ ਬਦਤਮੀਜ਼ੀ ਕਰਦਾ ਸੀ। ਇਹਦੇ ਕੋਲ ਫ੍ਰੀ ਚਾਹ, ਇਹਦੇ ਭਾਂਡੇ ਚਾਹ ਵੀ ਫ੍ਰੀ, ਚਾਹ ਵੀ ਇਹਦੀ ਫ੍ਰੀ। ਇਹਨੇ 1-2 टाइम चाय डेली की फ्री करनी होती सी। अफसोसनाक सूरत हाल है नाजरीन। जिंदगी में आप जैसा लोगों के साथ बर्ताव रखेंगे वैसा फिर आपको देखना पड़ेगा, और उसके नुकसानात यहाँ पर दुनिया में नहीं बल्कि आखिरत में भी भुगतने पड़ते हैं। इंसान जब दुनिया से चले जाते हैं तो लोग दिल बड़ा करके उसे माफ कर देते हैं, लेकिन ये पहला एक अफसोसनाक वाकया लाहौर में हुआ है जब जिसमें मकतूल के साथ लोगों को हमदर्दियां नहीं है। बड़े अफसोस के साथ कहना पड़ रहा है, लेकिन ये अवामी जज्बात है। मजीद लोग भी हमारे साथ मौजूद हैं। भाई तुसी दसो किहो जिहा एक्सपीरियंस रहा है नियाजी साहब दे नाल? ਨਿਆਜ਼ੀ ਸਾਹਿਬ ਜੀ ਦੁਨੀਆ ਤੋਂ ਚਲੇ ਗਏ ਨੇ, ਅਸੀਂ ਚਲੇ ਗਏ। बिल्कुल सब ने चले जाना। ਕਿਸੇ ਨੇ ਨਹੀਂ ਇੱਥੇ ਉਹਨਾਂ ਦਾ ਰਵੱਈਆ ਕਿਸੇ ਮਜ਼ਦੂਰ ਨਾਲ, ਕਿਸੇ ਡਰਾਈਵਰ ਨਾਲ, ਕਿਸੇ ਦੁਕਾਨਦਾਰ ਨਾਲ ਬਿਲਕੁਲ ਸਹੀ ਨਹੀਂ ਸੀ। ਤੇ ਅਦੀਲ ਕਿਹੋ ਜਿਹਾ ਬੱਚਾ ਸੀ? ਅਦੀਲ ਜਿਹੜਾ ਨਾ ਬੜਾ ਹਸਮੁਖ ਬੱਚਾ ਸੀ, ਬਸ ਇਹਦੇ ਨਾਲ ਸਲਾਮ ਦੁਆ ਸੀ, ਮਿਲਣ ਜੁਲਣ, ਆਣ ਜਾਣ ਇਕੱਠਾ ਸੀ। ਤੇ ਲੇਕਿਨ ਉਹ ਜਿਹੜਾ ਨਾ ਆਪਣਾ ਉਹ ਗਾਲਾਂ ਕੱਢਣ ਤੋਂ ਜਿਹੜਾ ਨਾ ਕਿਸੇ ਨੂੰ ਬਾਜ਼ ਨਹੀਂ ਸੀ ਆਉਂਦੇ, ਤੇ ਉਹਨੂੰ ਵੀ ਗਾਲਾਂ ਕੱਢ ਦਿੰਦੇ। ਇਸ ਗੱਲ ਤੋਂ ਇਹ ਤੇ ਕਤਲ ਤੇ ਨਹੀਂ ਕਰਨਾ ਚਾਹੀਦਾ, ਕਤਲ ਤੇ ਗਲਤ ਗੱਲ ਹੈ ਨਾ, ਇਨਸਾਨ ਦੀ ਕਿਸੇ ਦੀ ਜਾਨ ਲੈ ਲੈਣਾ ਗਲਤ ਗੱਲ, ਬਿਲਕੁਲ ਵੈਸੇ ਵੀ ਕਹਿੰਦੇ ਆ ਗਲਤ ਗੱਲ ਹੈ। ਲੇਕਿਨ ਹਰ ਰੋਜ਼ ਕਿ ਇੱਕ ਬੰਦੇ ਨੂੰ ਤੁਸੀਂ ਜਿਹੜਾ ਜ਼ਲੀਲ ਇੰਨਾ ਕਰੋ, ਰੋਜ਼ ਮਰਨ, ਇੱਕ ਦਿਨ ਮਰ ਗਿਆ ਨਹੀਂ ਬੰਦਾ ਸੀ। ਬਿਸਤਰ ਰੋਜ਼ ਹੀ ਹੁੰਦਾ ਵੇ। ਸਹੀ ਹੈ। ਮਜ਼ੀਦ ਬਜ਼ੁਰਗ ਵੀ ਸਾਡੇ ਨਾਲ ਮੌਜੂਦ ਨੇ। ਤੁਸੀਂ ਬਜ਼ੁਰਗੋ ਕੀ ਜਾਣਦੇ ਸੀ, ਕੀ ਵੇਖਦੇ ਸੀ ਇਹ ਸਾਰਾ ਕੁਝ? ਅਸੀਂ ਵੀ ਇੱਥੇ ਹੀ ਜੰਮ ਪਾਏ, ਇੱਥੇ ਹੀ ਨਹੀਂ ਇਹ ਕਿਹੜਾ ਬੱਚਾ ਹੈ ਇਹਦਾ ਸਾਡੇ ਥਾਂ ਜੰਮ ਅਦੀਲ? ਅਤੇਜ ਅੱਛਾ, ਮਾੜਾ ਮੋੜਾ ਰਿਸ਼ਤੇਦਾਰ ਵੀ ਲਾ ਕੇ ਹਾਂ। ਨਾ ਕੋਈ ਸਿਗਰਟ ਪੀਂਦਾ ਤੇ ਨਾ ਕੁਛ। 8-9 ਵਜੇ ਘਰੋਂ ਆਉਂਦਾ ਜਿੱਥੇ ਆਪਣੇ ਕੰਮ ਤੇ। ਜੇ ਇਹ ਬੰਦੇ ਦੀ ਗੱਲ ਹੈ, ਇਹ ਦੁਆ ਕਰੀ ਗਈ, ਇਹ ਦਿਨ ਇੰਝ ਰੱਖਿਆ, ਉਸ ਤਰ੍ਹਾਂ ਕਿਸੇ ਨੇ ਨਹੀਂ ਮਾਫੀ। ਇੱਥੇ ਔਰਤ ਵੀ ਲੰਘ ਜਾਏ ਜਾਂ ਖਲੋ ਜਾਏ, ਉਹਦੀ ਧੀ ਭੈਣ ਇੱਕ ਹੀ ਕਰ ਦਿੰਦਾ ਸੀ। ਦੇਖੋ ਇਹਦਾ ਤਾਂ ਦੁਨੀਆ ਵਿੱਚ ਚੰਗਾ ही होया, बंदे में जान छूट गई। ये बुजुर्ग शख्सियत है। हमारे साथ एक नौजवान भाई भी मौजूद है। भाई किसी अदील ने ਨੂੰ ਨਹੀਂ ਜਾਣਦੇ ਮਾਫੀ ਸੀ? ਦਿੱਤੀ। ਅਦੀਲ ਨੂੰ, ਸੈਫੁੱਲਾ ਨਿਆਜ਼ੀ ਸਾਹਿਬ ਨੂੰ ਜਿਹਨਾਂ ਦਾ ਕਤਲ ਹੋ ਗਿਆ, ਕੀ ਵੇਖਿਆ, ਕਿੰਨੇ ਅਰਸੇ ਤੋਂ ਜਾਣਦੇ ਹੋ? ਅਦੀਲ ਅੱਛਾ ਆਦਮੀ, ਸ਼ਰੀਫ ਬੱਚਾ ਸੀ, ਮਜ਼ਦੂਰੀ ਕਰਦਾ ਸੀ ਇੱਥੇ ਆ ਕੇ। ਅੱਛਾ, ਕੀ ਹੈ ਵਰਦੀ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਚੁੱਕ ਕੋਈ ਵੀ ਕੰਮ ਕਹਿਣਾ, ਉਹਨੇ ਆਪਣਾ ਕੰਮ ਛੱਡ ਕੇ ਦਾ ਕੰਮ ਕਰ ਦੇਣਾ। ਠੀਕ ਹੈ। ਠੀਕ ਹੈ, ਪਰ ਹਲ ਗੱਲ ਆਉਂਦੇ ਤੱਕ ਸੀ ਉਹ ਬਰਦਾਸ਼ਤ ਕਰਦਾ ਰਿਹਾ 2-3 ਸਾਲ ਦੇ। ਜਦੋਂ ਉਹਦੇ ਵਾਲਦੈਨ ਨੇ ਗੱਲ ਕੀ ਇਹਨੇ ਗਾਲਾਂ ਕੱਢੀਆਂ, ਬਰਦਾਸ਼ਤ ਪਹਿਲੇ ਦਿਨ ਉਸਤਾਦ ਨੂੰ ਗਾਲਾਂ ਕੱਢਦਾ ਰਿਹਾ। ਇਹਨੇ ਕਿਹਾ ਜਵਾਬ ਦਿੱਤਾ ਕਿ ਮੈਂ ਨਹੀਂ ਤੇਰਾ ਕੰਮ ਕਰਨਾ, ਬੰਦ ਕਰ ਦਿਓ, ਦਵਾ ਹੋ ਜਾਵੇ ਮਾਮਲਾ ਫੜੇ ਜਾਣਗੇ। ਉਹ ਆਪਣਾ ਕੰਮ ਵੀ ਕਰਵਾਉਂਦਾ ਸੀ, ਨਾਲ ਉਹਨੂੰ ਗਾਲਾਂ ਵੀ ਕੱਢਦਾ ਸੀ ਵੀ ਇੱਕ ਵਰਦੀ ਦੇ ਸਿਰ ਤੇ ਪਿਸਲ ਆਦੇ ਨਹੀਂ ਪੜਿਆ ਹੁੰਦੇ ਕਿ ਕੋਈ ਤੇ ਅਦੀਲ ਨੇ ਗਲਤ ਨਹੀਂ ਕੀਤਾ ਕਤਲ ਕਰਕੇ? ਭਾਈਜਾਨ ਗਲਤ ਕੀਤਾ, ਕਿਉਂਕਿ ਪੁਲਿਸ ਇੰਸਪੈਕਟਰ ਦਾ ਕਤਲ ਕਰ ਦੇਣਾ ਕਿੱਡਾ ਵੱਡੀ ਗੱਲ ਹੈ। ਮੁਸ਼ਕਿਲ ਚ ਪੈ ਸਕਦਾ ਪੂਰਾ ਖਾਨਦਾਨ। ਬਹੁਤ ਵੱਡੀ ਗੱਲ ਹੈ। ਉਹਦੇ ਤੱਕ ਸੀ ਬਰਦਾਸ਼ਤ ਕਰਦਾ ਰਿਹਾ। ਜਦੋਂ ਉਹਦੇ ਘਰਲਿਆਂ ਤੱਕ ਗੱਲ ਗਈ, ਉਹਨੇ ਕਿਹਾ ਯਾਰ ਕਿ ਮੈਂ ਹੁਣ ਬਗੈਰ ਤੋਂ ਕੋਈ ਬਣ ਜਾਣਾ। ਉਹਦੇ ਕੋਲ ਹੋਰ ਹਾਸਾ ਕੋਈ ਨਹੀਂ। ਅਦੀਲ ਨਾਲ ਦੋਸਤੀ ਸੀ ਤੁਹਾਡੀ? ਨਹੀਂ, ਜਾਣ ਪਛਾਣ? ਅਸੀਂ ਕੰਮ ਕਰਨਾ ਨੂੰ ਕਰਾਣਾ कम करवाना आते सी। नाज़रीन, आप गुफ्तगू सुन रहे हैं, ये लोग हैं और बड़ी तादाद में यहाँ पर जमा है जिनको रोज ही मिलना जुलना होता था मकतूल इंस्पेक्टर सैफुल्ला नियाजी के साथ, और अदील के साथ भी इनका मिलना जुलना होता था। अदील बिल्कुल ही करीब 100 फुट रोड है, शेराकोट वहीं का रिहायशी है, और ये शेराकोट का वो इलाका बाबू साबू है जहाँ पर मकतूल ने रिहाइश इख्तियार कर रखी थी। पहले व्लॉग्स में भी बताया कि ये नियाजी ट्रैवल वालों की जगह है, उन्होंने दे रखी थी। उसके साथ मकतूल के साथ एक ट्रैफिक वार्डन सज्जाद नाम का, वो भी यहीं पर रिहाइश पजीर था, और ये रूममेट थे। और ये वकूआ जो है
वो 2 रोज कबल यहाँ पर ही पेश आया जब अदील ने उसी पिस्टल से, मकतूल के ही पिस्टल से उसे फायरिंग करके कत्ल कर दिया और कत्ल करने के बाद यहीं पर मौजूद रहा और फिर उसने पुलिस को गिरफ्तारी दे दी। पुलिस ने मुकदमा दर्ज किया, उसमें फरार करार दिया गया था। अब हमें ज़राए ने बताया कि अदील की गिरफ्तारी डाल दी गई है और उसका 5 रोज का जिस्मानी रिमांड भी हासिल कर लिया गया है। मजीद इस केस में जो भी हकायक होंगे उनसे भी आगाह करेंगे। तो जल्द ही अगले व्लॉग में मुलाकात होती है। तब तक के लिए अपने मेजबान सलमान कुरैशी को इजाजत दीजिए। अल्लाह ने के बाद।